ਬਿਸਮਿल्लाहिर्रहमानिर्रहीम ਤੇ अस्सलाम वालेकुम। 19 ਅਗਸਤ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 263। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਅਫਸੋਸਨਾਕ ਖਬਰ। ਵੈਸੇ ਤਾਂ ਤੁਹਾਨੂੰ ਪਤਾ ਹੈ ਕਿ ਅਸੀਂ ਕਵਰ ਕਰਨਾ ਹੈ ਜੋ ਕੁਝ ਇਮਰਾਨ ਖਾਨ ਸਾਹਿਬ ਦੀ ਸ਼ਿਫਟਿੰਗ ਦੇ ਉੱਤੇ ਸ਼ਿਫਾ ਇੰਟਰਨੈਸ਼ਨਲ ਹਸਪੀਟਲ, ਉਹ ਖਬਰ ਅਸੀਂ ਕਿਉਂਕਿ ਬੜੀ ਤਫਸੀਲ ਦੇ ਨਾਲ ਉਰਦੂ ਵੀਲੌਗ ਦੇ ਵਿੱਚ ਕਵਰ ਕੀਤੀ ਹੈ। ਇੱਥੇ ਜ਼ਰਾ ਥੋੜ੍ਹੀਆਂ ਜਿਹੀਆਂ ਹੋਰ ਖਬਰਾਂ ਦਾ ਪਹਿਲੇ ਥੋੜ੍ਹਾ ਜਿਹਾ ਉਹਨਾਂ ਨਾਲ ਵਾਹ ਪਾ ਲਈਏ, ਫਿਰ ਉਸ ਖਬਰ ਦਾ ਵੀ ਕੁਝ ਹਿੱਸਾ ਜਿਹੜਾ ਉਹ ਤੁਹਾਡੇ ਸਾਹਮਣੇ ਅੱਗੇ ਚੱਲ ਕੇ ਰੱਖਦੇ ਹਾਂ। ਪਹਿਲੇ ਤਾਂ ਤੁਹਾਨੂੰ ਪਤਾ ਹੈ ਕਿ ਮਰੀਮ ਨਵਾਜ਼ ਸਾਹਿਬਾ ਨੇ ਆਖਿਆ ਸੀ ਕਿ ਖਵਾਤੀਨ ਮੇਰੀ ਰੈੱਡ ਲਾਈਨ ਨੇ ਤੇ ਬਾਜੀ ਦਾ ਜਿੱਥੇ ਪੈਰ ਪੈਂਦਾ ਉੱਥੇ ਖੈਰ ਨਹੀਂ ਰਹਿੰਦੀ। ਜਿੱਦਣ ਦੀ ਇਹ ਗੱਲ ਬਾਜੀ ਨੇ ਆਖ ਛੜੀ ਹੈ, ਉਸ ਦਿਨ ਤੋਂ ਬਾਅਦ ਪੰਜਾਬ ਦੀਆਂ ਖਵਾਤੀਨਾਂ ਦੇ ਉੱਤੇ ਭਾਰੀ ਆ ਗਈ ਹੈ। ਜਿਹੜੀਆਂ ਜ਼ਰਾਨੀਆਂ ਨੇ ਪੰਜਾਬ ਦੇ ਵਿੱਚ, ਉਹਨਾਂ ਵਿਚਾਰੀਆਂ ਦੇ ਉੱਤੇ ਭਾਰੀ ਆ ਗਈ। ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੋਂ 2 ਖਵਾਤੀਨ ਜਿਹੜੀਆਂ ਸਨ ਉਹਨਾਂ ਨੂੰ ਥਾਣਾ ਟਾਊਨਸ਼ਿਪ ਦੇ ਵਿੱਚ ਫੜ ਕੇ ਲਿਆਏ। ਇਸ ਤੋਂ ਪਹਿਲਾਂ ਇੱਕ ਮਾਜ਼ੂਰ ਬੱਚੀ ਜਿਹੜੀ ਹੈ ਉਹਨੂੰ ਥਾਣੇ 'ਚ ਫੜ ਕੇ ਲਿਆਇਆ ਇੱਕ ਸਬ ਇੰਸਪੈਕਟਰ, ਔਰ ਉਹਦੀ ਇੱਜ਼ਤ ਲੁੱਟ ਲਈ ਔਰ ਪੁਲਿਸ ਨੇ ਉਹਦੇ ਉੱਤੇ ਕਾਰਵਾਈ ਕੀਤੀ ਬਾਅਦ ਦੇ ਵਿੱਚ ਕਿ ਜੀ ਥਾਣਿਆਂ 'ਚ ਹੁਣ ਖਵਾਤੀਨ ਨੂੰ ਲੈ ਕੇ ਨਹੀਂ ਆਉਣਾ। ਇਹ ਹਜੇ ਵਾਕਿਆ ਜਿਹੜਾ ਉਹ ਮੀਡੀਆ ਤੋਂ ਪਰਾਂ ਹੋਇਆ ਨਹੀਂ ਸੀ। ਵੈਸੇ ਤਾਂ ਪੰਜਾਬ ਦੇ ਬਾਰੇ ਮੀਡੀਆ ਇੰਨਾ ਕੋਈ ਰਿਪੋਰਟ ਹੀ ਨਹੀਂ ਕਰਦਾ। ਸਿੰਧ ਦੇ ਜਿਹੜੇ ਮਾਮਲਾਤ ਨੇ ਉਹਨਾਂ ਦੇ ਉੱਤੇ ਮੀਡੀਆ ਜ਼ਿਆਦਾ ਰਿਪੋਰਟ ਕਰਦਾ ਹੈ। ਪੀਪਲਸ ਪਾਰਟੀ ਦੇ ਉੱਤੇ ਹੱਥ ਜ਼ਰਾ ਭਾਰਾ ਹੈ ਮੀਡੀਆ ਦਾ। ਨੂਨ ਲੀਗ ਦੇ ਉੱਤੇ ਮਰੀਮ ਸਾਹਿਬਾ ਕੋ ਪਤਾ ਨਹੀਂ ਡਰਦੇ ਨੇ ਜਾਂ ਮਾਲਕਾਨ ਜਿਹੜੇ ਨੇ ਉਹ ਇਸ਼ਤਿਹਾਰ ਵਗੈਰਾ ਲੈ ਕੇ ਤੇ ਖਾਮੋਸ਼ੀ ਜ਼ਿਆਦਾ ਇਖਤਿਆਰ ਕਰਦੇ ਨੇ। ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਉਹ ਜਿਹੜੀ ਬੱਚੀ ਦੀ ਇੱਜ਼ਤ ਉੱਥੇ ਬਰਬਾਦ ਕੀਤੀ ਗਈ, ਉਸ ਬੱਚੀ ਦੀ ਵੀ ਕਵਰੇਜ ਕੋਈ ਖਾਸ ਨਹੀਂ ਕੀਤੀ ਗਈ। ਫਿਰ ਇਹ 2 ਬੱਚੀਆਂ ਜਿਹੜੀਆਂ ਖਵਾਤੀਨ, ਇਹਨਾਂ ਦਾ ਨਾਂ ਇੱਕ ਦਾ ਆਮਨਾ ਅਤੇ ਦੂਸਰੀ ਦਾ ਅਨਮੋਲ, ਇਹਨਾਂ ਨੂੰ ਥਾਣਾ ਟਾਊਨਸ਼ਿਪ ਦੇ ਵਿੱਚ ਲਿਆਏ। ਉੱਥੇ ਲਿਆ ਕੇ ਇਹਨਾਂ ਨੂੰ CCTV ਫੁਟੇਜ ਵੀ ਮੌਜੂਦ ਹੈ। ਪਹਿਲਾਂ ਤਾਂ ਮੁੱਕਰ ਗਏ, ਪਹਿਲਾਂ ਆਖਿਆ ਵੀ ਲਿਆਂਦੀਆਂ ਸਨ ਪਰ ਪੇਸ਼ਾਵਰ ਮੁਜਰਮਾਂ ਸਨ, ਇਹਨਾਂ ਨਸ਼ਾ ਬੜਾ ਕੀਤਾ ਸੀ ਤੇ ਨਸ਼ਾ ਜ਼ਿਆਦਾ ਕਰਨ ਦੀ ਵਜ੍ਹਾ ਤੋਂ ਇਹ ਫੌਤ ਹੋ ਗਈਆਂ। ਫਿਰ ਉੱਤੇ ਸਵਾਲ ਪੁੱਛੇ ਲੋਕਾਂ ਨੇ ਵੀ ਅਗਰ ਨਸ਼ਾ ਬਹੁਤਾ ਕੀਤਾ ਸੀ ਤੇ ਜਦੋਂ ਤੁਸੀਂ ਫੜੀਆਂ ਉਦੋਂ ਅਗਰ ਉਹ ਨਸ਼ੇ 'ਚ ਸੋ ਤਾਂ ਤੁਸੀਂ ਹਸਪਤਾਲ ਲੈ ਕੇ ਜਾਣਾ ਸੀ ਤਿੱਬੀ ਇਮਦਾਦ ਲਈ। ਉਹ ਜਿਸ ਵੇਲੇ ਉਹਨਾਂ ਨੂੰ ਥਾਣੇ ਦੀ CCTV ਵੇਖਦੇ ਹੋ ਤੇ ਉੱਥੇ ਉਹ ਠੀਕ ਠਾਕ ਲੱਗਦੀਆਂ ਨੇ। ਫਿਰ ਉਸ ਤੋਂ ਬਾਅਦ ਹੁਣ ਨਵਾਂ ਬਹਾਨਾ ਇਹ ਘੜਿਆ ਗਿਆ ਕਿ ਇੱਕੋ ਵੇਲੇ 2 ਨੌਜਵਾਨ, ਉਹ ਖਵਾਤੀਨ ਨੇ, ਬੱਚੀਆਂ ਨੇ, ਇੱਕੋ ਵੇਲੇ ਦੋਵਾਂ ਨੂੰ ਇਕੱਠੇ ਇੱਕੋ ਕਮਰੇ 'ਚ ਇੱਕੋ ਜਗ੍ਹਾ 'ਤੇ ਹਾਰਟ ਅਟੈਕ ਹੋ ਗਿਆ। ਇਹ ਜ਼ਰਾ ਕੰਮ ਵੇਖੋ ਇਹਨਾਂ ਦਾ ਕਿ ਜਵਾਨ ਬੱਚੀਆਂ, ਚਲੋ ਇੱਕ ਨੂੰ ਹੋ ਗਿਆ, ਸਮਝ ਆ ਗਈ, ਕੋਈ ਤਿੱਬੀ ਵਜ੍ਹਾ ਬਣ ਗਈ, ਦੋਵਾਂ ਨੂੰ ਇੱਕੋ ਵੇਲੇ ਇੱਕੋ ਜਗ੍ਹਾ 'ਤੇ ਹਾਰਟ ਅਟੈਕ ਕਿਵੇਂ ਹੋ ਗਿਆ? ਲੇਕਿਨ ਇਹ ਮਰੀਮ ਨਵਾਜ਼ ਦੀ ਪੁਲਿਸ ਹੈ, ਕੁਝ ਵੀ ਕਹਿ ਸਕਦੀ ਹੈ। ਇਹ ਹੁਣ ਖਵਾਤੀਨ ਦੀ ਜਿਹੜੀ ਰੈੱਡ ਲਾਈਨ ਸੀ, ਉਹ ਮੈਨੂੰ ਤਾਂ ਲੱਗਦਾ ਵੀ ਖਵਾਤੀਨ ਦੇ ਉੱਤੇ ਹੀ ਬਾਜੀ ਨੇ ਰੈੱਡ ਲਾਈਨ ਲਾਤੀ ਹੈ। ਖਵਾਤੀਨ ਉਹਨਾਂ ਦੀ ਰੈੱਡ ਲਾਈਨ ਨਹੀਂ ਹੈ, ਬਲਕਿ ਬਾਜੀ ਨੇ ਖਵਾਤੀਨ ਦੇ ਉੱਤੇ ਰੈੱਡ ਲਾਈਨ ਫੇਰ ਦਿੱਤੀ ਹੈ ਵੀ ਖਵਾਤੀਨ ਨਾਲ ਜਿਹੜਾ ਮਰਜ਼ੀ ਜ਼ਿਆਦਤੀ ਕਰੇ ਉਹਨਾਂ ਨੂੰ ਇਸ ਗੱਲ ਦਾ ਕੋਈ ਲੈਣ ਦੇਣ ਨਹੀਂ। ਕੋਈ ਇਹਦੇ ਉੱਤੇ ਮੀਡੀਆ ਨੇ ਆਵਾਜ਼ ਨਹੀਂ ਚੁੱਕੀ, ਕੋਈ ਇਹਦੇ 'ਤੇ ਰੌਲਾ ਨਹੀਂ ਬਣਿਆ, ਕੋਈ ਬਾਜੀ ਨੇ ਇਹਦੇ ਉੱਤੇ ਕਿਸੇ ਕਿਸਮ ਦੀ ਆਵਾਜ਼, ਪ੍ਰੈਸ ਕਾਨਫਰੰਸ, ਕੋਈ ਇੱਥੇ ਐਕਸ਼ਨ ਨਹੀਂ ਲਿਆ। ਬਾਜੀ ਬਲਕਿ ਸਵੇਰੇ ਸਵੇਰੇ ਜਹਾਜ਼ ਲੈਂਦੀ ਹੈ। ਇਹ ਤੁਹਾਨੂੰ ਅਸੀਂ 2 ਵੀਡੀਓ ਵੀ ਵਿਖਾ ਦਿੰਦੇ। ਇਹ ਅਸੀਂ ਪਹਿਲੇ ਵੀ ਖਬਰ ਰੱਖੀ ਹੈ, ਉਰਦੂ ਵੀਲੌਗ 'ਚ ਰੱਖੀ ਹੈ, ਉਹ ਕਿਉਂਕਿ ਮੈਂ ਲਾਈਵ ਕਰ ਰਿਹਾ ਸਾਂ ਤੇ ਵੀਡੀਓ ਵਿਖਾ ਨਹੀਂ ਸਕਿਆ, ਇੱਥੇ ਤੁਹਾਨੂੰ ਵਿਖਾ ਦਿੰਦੇ। ਇਹ ਸਵੇਰੇ ਸਵੇਰੇ ਬਾਜੀ ਘਰੋਂ ਨਿਕਲਦੇ ਨੇ 5, 5:30 ਵਜੇ, 6 ਵਜੇ। ਹੁਣ ਸਾਨੂੰ ਨਹੀਂ ਪਤਾ ਵੀ ਇਹਦੇ 'ਚ ਬਾਜੀ ਬਹਿ ਕੇ ਜਾਂਦੇ ਨੇ, ਜ਼ਰਾਏ ਤੇ ਇਹੀ ਕਲੇਮ ਕਰਦੇ ਨੇ, ਹੋ ਸਕਦਾ ਕੋਈ ਹੋਰ ਜਾਂਦਾ ਹੋਵੇ। ਬਹਰਹਾਲ ਜਿਹੜਾ ਵੀ ਜਾਂਦਾ ਇਹ ਤਾਂ ਦੱਸੋ ਵੀ ਪਿੰਡੀ ਸਵੇਰੇ ਸਵੇਰੇ ਕੀ ਤੁਹਾਡੀ ਟੁੱਥਪੇਸਟ ਮੁੱਕੀ ਹੁੰਦੀ ਜਿਹੜੀ ਉੱਥੋਂ ਲੈਣ ਜਾਂਦੇ ਹੋ? ਮਤਲਬ ਇਹ ਤਾਂ ਜ਼ਰਾ ਸਾਨੂੰ ਸੋਲਵ ਕਰਕੇ ਦੱਸੋ ਨਾ ਵੀ ਤੁਹਾਡੀ ਕਿਹੜੀ ਸ਼ੈ ਇਸ ਵੇਲੇ ਸਵੇਰੇ ਸਵੇਰੇ ਤੁਹਾਡੀ ਨਹੀਂ ਹੁੰਦੀ। ਜਾਂ ਮੇਰਾ ਮਤਲਬ ਹੈ ਕਿ ਤੁਹਾਡੇ ਕੋਲ ਦਹੀਂ ਤੁਸੀਂ ਜਮਾਇਆ ਹੁੰਦਾ ਅਤੇ ਉਹਦੀ ਲੱਸੀ ਬਣਵਾਉਣ ਜਾਂਦੇ ਹੋ ਅਤੇ ਉਹ ਲੱਸੀ ਉੱਥੇ ਬਣ ਨਹੀਂ ਸਕਦੀ ਲਾਹੌਰ ਦੇ ਵਿੱਚ, ਅਤੇ ਇਸ ਲਈ ਦਹੀਂ ਲੈ ਕੇ ਜਾਂਦੇ ਹੋ ਸਵੇਰੇ ਸਵੇਰੇ ਜੰਮਿਆ ਹੋਇਆ, ਅਤੇ ਉੱਥੇ ਕੋਈ ਭਲਵਾਨ ਹੈ ਜਿਹੜਾ ਮਧਾਣੀ ਵਿੱਚ ਪਾ ਕੇ ਅਤੇ ਉਹ ਦਹੀਂ ਦੀ ਲੱਸੀ ਬਣਾ ਕੇ ਦਿੰਦਾ ਹੈ ਅਤੇ ਤੁਸੀਂ ਉਹਦੇ ਕੋਲ ਲੈ ਕੇ ਜਾਂਦੇ ਹੋ। ਜਾਂ ਉਹਦੀ ਮਧਾਣੀ ਐਡੀ ਚੰਗੀ ਹੈ ਅਤੇ ਉਹ ਜਿਸ ਵੇਲੇ ਪਾਉਂਦਾ ਹੈ ਦਹੀਂ ਦੇ ਵਿੱਚ ਮਧਾਣੀ, ਅਤੇ ਉਸ ਵੇਲੇ ਲੱਸੀਆਂ ਠੀਕ ਬਣ ਜਾਂਦੀਆਂ ਨੇ। ਜਾਂ ਕੋਈ ਤੁਸੀਂ ਟੁੱਥਪੇਸਟ ਲੈਣ ਜਾਂਦੇ ਹੋ ਜਾਂ ਟੁੱਥਬਰਸ਼ ਤੁਹਾਡਾ ਗੁੰਮ ਹੋਇਆ ਹੁੰਦਾ, ਜਾਂ ਹੋਰ ਵਜ੍ਹਾ ਦੱਸ ਦਿਓ ਸਾਨੂੰ ਵੀ ਸਵੇਰੇ 5, 5:30 ਵਜੇ ਤਿਆਰੀ ਕਰਨੀ, 6 ਵਜੇ ਤੱਕ ਘਰੋਂ ਨਿਕਲ ਜਾਣਾ, ਫਿਰ ਜਹਾਜ਼ ਜਿਹੜਾ ਉਹ ਲੈ ਕੇ 7 ਵਜੇ, 6 ਵਜੇ, 6:30 ਵਜੇ, 7 ਵਜੇ ਉਹ ਉੱਥੋਂ ਨਿਕਲ ਜਾਣਾ ਲਾਹੌਰ ਤੋਂ, ਉੱਥੇ ਪਿੰਡੀ ਜਾ ਕੇ ਲੈਂਡ ਕਰਨਾ, ਉੱਥੇ 2-2.5 ਘੰਟੇ ਮੁਲਾਕਾਤ ਕਰਨੀ ਅਤੇ 10 ਵਜੇ ਉੱਥੋਂ ਵਾਪਸ ਆ ਜਾਣਾ। ਇਹ ਸਭ ਕੁਝ ਕੀ ਹੈ? ਇਹਦੀ ਸਮਝ ਮੇਰੀ ਸਮਝ ਤੋਂ ਤੇ ਬਾਹਰ ਹੈ ਕਿ ਇਹ ਐਡਾ ਇਹੋ ਜਿਹਾ ਕਿਹੜਾ ਖੁਫੀਆ ਅਨੋਖਾ ਕੋਈ ਅਲੋਕਾਰ ਜਿਹਾ ਕੰਮ ਹੈ ਜਿਹੜਾ ਸਵੇਰੇ ਸਵੇਰੇ ਜਾ ਕੇ ਉੱਥੇ ਕਰਨਾ ਹੈ। ਅਤੇ ਉੱਥੋਂ ਕਿਹੜੇ ਐਸਾ ਮੇਰਾ ਮਤਲਬ ਹੈ ਕਿ ਕੋਈ ਐਸੀ ਤਪੱਸਿਆ ਕਰ ਰਹੇ ਹੋ ਤੁਸੀਂ, ਕੋਈ ਮੇਰਾ ਮਤਲਬ ਕੋਈ ਕੁਸ਼ਤਾ ਮਾਰ ਰਹੇ ਹੋ,
ਕੋਈ ਤੁਸੀਂ ਚਿੱਲਾ ਕੱਟ ਰਹੇ ਹੋ, ਕਿਹੜਾ ਕੰਮ ਕਰ ਰਹੇ ਹੋ ਜਿਹੜਾ ਸਵੇਰੇ ਸਵੇਰੇ 10:30 ਵਜੇ ਤੱਕ ਜਹਾਜ਼ ਵਾਪਸ ਆ ਜਾਂਦਾ ਹੈ। ਇਹ ਸਬੂਤ ਅਸੀਂ ਜਿਹੜੇ ਨੇ ਇਹ ਤੁਹਾਡੇ ਸਾਹਮਣੇ ਇਸ ਵੇਲੇ ਵੀ ਰੱਖ ਰਹੇ ਹਾਂ ਤਾਂ ਕਿ ਤੁਸੀਂ ਵੇਖ ਲਓ। ਹੁਣ ਅੱਗੇ ਚੱਲਨੇ ਜ਼ਰਾ। ਇਹ ਤੇ ਬਾਜੀ ਸਵੇਰੇ ਸਵੇਰੇ ਆਪਣਾ ਬਾਜੀ ਤੇ ਅੱਜ ਕੱਲ੍ਹ ਇਹਨਾਂ ਕੰਮਾਂ 'ਚ ਮਸਰੂਫ ਨੇ। ਇਹ ਕਈ ਦਿਨ ਨੇ, ਅਸੀਂ ਉਰਦੂ ਵਲੌਗ ਦੇ ਵਿੱਚ ਸਟੋਰੀ ਕਰਾਂਗੇ। ਇੱਕ ਦਿਨ ਦੀ ਤੁਹਾਡੇ ਸਾਹਮਣੇ ਰੱਖ ਦਿੱਤੀ ਅਸੀਂ ਕੱਲ੍ਹ ਦੀ। ਇਹ ਇੱਕ ਦਿਨ ਦਾ ਕੰਮ ਨਹੀਂ, ਅਸੀਂ ਪੂਰੀ ਤਫਸੀਲ ਦੇਵਾਂਗੇ ਵੀ ਕਿੰਨੇ ਦਿਨ ਪਿਛਲੇ ਮਹੀਨਿਆਂ ਦੇ ਵਿੱਚ ਬਾਜੀ ਸਵੇਰੇ ਸਵੇਰੇ ਬਾਜੀ ਜਾਂ ਬਾਜੀ ਦਾ ਜਹਾਜ਼ ਕੋਈ ਹੋਰ, ਕਿਉਂਕਿ ਸਾਡੇ ਕੋਲ ਤੇ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਨੂੰ ਇਹੀ ਜਾਪਦਾ ਹੈ ਵੀ ਉਹ ਜਹਾਜ਼ ਜਿਹੜਾ ਹੈ ਉਹ ਕੋਈ ਨਾ ਕੋਈ ਲੈ ਕੇ ਜਾਂਦਾ ਹੈ। ਸ਼ੱਕ ਤਾਂ ਫਿਰ ਇਹੀ ਹੋਏਗੀ ਬਾਜੀ ਦਾ ਜਹਾਜ਼ ਹੈ, ਬਾਜੀ ਜਾਂਦੇ ਨੇ। ਉਹ ਤੁਹਾਡੇ ਸਾਹਮਣੇ ਸਾਰੀਆਂ ਡੇਟਸ ਰੱਖਾਂਗੇ ਵੀ ਕਿਸ ਤਾਰੀਖ ਨੂੰ ਉਹ ਜਹਾਜ਼ ਕਿੰਨੇ ਵਜੇ ਸਵੇਰੇ ਜਾਂਦਾ ਹੈ, 10-11 ਵਜੇ ਮੁੜ ਆਉਂਦਾ। ਇਹ ਕੋਈ ਕਚਹਿਰੀ 'ਚ ਤਾਰੀਖ ਹੈ ਤੁਹਾਡੀ ਪਿੰਡੀ ਜਿਹੜੀ, ਉਹ ਵੀ ਬੰਦਾ ਜਦੋਂ ਕਚਹਿਰੀ 'ਚ ਤਾਰੀਖ ਵੀ ਭੁਗਤ ਕੇ ਆਉਂਦਾ ਹੈ ਤਾਂ ਕੋਈ 12-1 ਵਜ ਹੀ ਜਾਂਦਾ ਹੈ। 10 ਵਜੇ ਤੁਸੀਂ ਕਿਹੜਾ ਕੰਮ ਕਰਕੇ ਮੁੜ ਆਉਂਦੇ ਹੋ, ਇਹ ਸਾਡੀ ਸਮਝ ਤੋਂ ਬਾਹਰ ਹੈ। ਬਹਰਹਾਲ ਜੀ, ਲਾਹੌਰ ਦੇ ਵਿੱਚ ਬੱਚੀਆਂ ਜੁੜੀਆਂ ਨੇ ਦੋਵੇਂ, ਇਹਨਾਂ ਦੀ ਹੁਣ ਆਂਦੇ ਨੇ ਵੀ ਜੀ ਕਬਰ ਕੁਸ਼ਾਈ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਵਿਚਾਰੀਆਂ ਦਾ ਕੋਈ ਇਨਸਾਫ ਉਹਨਾਂ ਨੂੰ ਲੱਭ ਨਹੀਂ ਰਿਹਾ। ਕਿਸੇ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਉਸ ਥਾਣੇ ਦੇ ਵਿੱਚ ਕਿਸ ਤਰ੍ਹਾਂ ਕਤਲ ਕਰ ਦਿੱਤਾ ਗਿਆ। ਅੱਗੇ ਚੱਲਨੇ ਜੀ। ਜਿਹੜੇ ਸਾਡੇ DG ISPR ਸਾਹਿਬ ਨੇ ਉਹ ਮਸਰੂਫੇ ਅਮਲ ਨੇ। ਉਹਨਾਂ ਨੇ 2026 ਦੀ 21 ਸਟੇਸ਼ਨਸ ਦੇ ਉੱਤੇ 21 ਜ਼ਰਾ ਗੌਰ ਕਰੋ, DG ISPR ਦੇ ਵੀ 21 ਸਟੇਸ਼ਨ ਨੇ। ਮਤਲਬ 21 ਇਹਨਾਂ ਨੇ ਐਸੇ ਇਲਾਕੇ ਬਣਾਏ ਨੇ ਜਿੱਥੇ ਬੱਚਿਆਂ ਨੂੰ ਇੰਟਰਨਸ਼ਿਪ ਕਰਾਉਂਦੇ ਨੇ। ਹਾਲਾਂਕਿ ਇਸ ਡਿਪਾਰਟਮੈਂਟ ਦਾ ਤਾਂ ਏਡਾ ਲੰਮਾ ਚੌੜਾ ਕੰਮ ਨਹੀਂ ਹੋਣਾ ਚਾਹੀਦਾ। ਇਸ ਡਿਪਾਰਟਮੈਂਟ ਨੇ ਵੀ ਆਪਣਾ ਕਿੰਨਾ ਕੁ ਖੌਰੂ ਲੰਮਾ ਪਾ ਲਿਆ ਹੈ। ਫਿਰ ਜ਼ਾਹਿਰ ਹੈ ਫਿਰ ਇਹਨਾਂ ਨੂੰ ਮਾਲ ਪਾਣੀ ਵੀ ਚਾਹੀਦਾ। ਜਿੰਨਾ ਇਹਨਾਂ ਨੇ ਖਿਲਾਰ ਬਣਾ ਲਿਆ ਉਸ ਤੋਂ ਬਾਅਦ ਉਹ ਮਾਲ ਪਾਣੀ ਵੀ ਚਾਹੀਦਾ ਉਹਨੂੰ ਚਲਾਉਣ ਵਾਸਤੇ। ਹੁਣ DG ISPR ਸਾਹਿਬ ਦਾ ਕਾਰਨਾਮਾ ਵੇਖ ਲਓ ਕਿ ਸਿਰਫ ਇਸ ਸਾਲ 6150 ਤਾਲਿਬ ਇਲਮਾਂ ਨੂੰ, ਜਿਹੜੇ ਉਹਦੇ 'ਚ ਖਵਾਤੀਨ ਵੀ ਨੇ ਮਰਦ ਵੀ ਨੇ, ਇਹ ਇੰਟਰਨਸ਼ਿਪ ਕਰਵਾ ਰਹੇ ਨੇ। ਉਹਨਾਂ ਨੂੰ ਹਜ਼ਾਰਾਂ ਰੁਪਈਆਂ ਦੇ ਹਿਸਾਬ ਨਾਲ ਪੈਸੇ ਵੀ ਦਿੰਦੇ ਨੇ। ਇਹ 6150 ਮਤਲਬ ਕਰੋੜਾਂ ਅਰਬਾਂ ਦੇ ਵਿੱਚ ਇਹਨਾਂ ਦਾ ਸਿਰਫ ਇਹ ਬਜਟ ਬਣਦਾ ਹੈ। 21 ਸਟੇਸ਼ਨ ਨੇ ਇਹਨਾਂ ਨੇ ਗੱਲ ਸਿਰਫ ਇੰਨੀ ਕਰਨੀ ਵੀ ਫੌਜ ਦੇ ਬਿਹਾਫ ਦੇ ਉੱਤੇ ਇਹਨਾਂ ਨੇ ਕੌਮ ਨੂੰ ਇਨਫੋਰਮੇਸ਼ਨ ਦੇਣੀ ਹੈ ਕਿ ਜੀ ਇਹ ਫੌਜੀ ਆਪਰੇਸ਼ਨ ਹੋਇਆ ਜਾਂ ਇਹ ਸਾਡੇ ਤੇ ਹਮਲਾ ਹੋਇਆ ਹੈ, ਅਸੀਂ ਹਮਲਾ ਕੀਤਾ। ਇੰਨਾ ਇਹਨਾਂ ਦਾ ਕੰਮ ਹੈ। ਲੇਕਿਨ ਉਹਨਾਂ ਨੇ ਕਿਉਂਕਿ ਕੰਮ ਉਹਨਾਂ ਦਾ ਇੰਨਾ ਨਹੀਂ, ਅਸਲ 'ਤੇ ਉਹ ਸਿਆਸਤ ਵੀ ਉਹੀ ਚਲਾ ਰਹੇ ਨੇ। ਉਹ ਆਉਂਦੇ ਨੇ ਰਿਆਸਤ ਵੀ ਅਸੀਂ ਚਲਾ ਰਹੇ ਹਾਂ, ਪ੍ਰੋਪੇਗੈਂਡਾ ਵੀ ਉਹੀ ਚਲਾ ਰਹੇ ਨੇ, ਲੋਕਾਂ ਦੀਆਂ ਪਗੜੀਆਂ ਵੀ ਉਹ ਛਾਲ ਰਹੇ ਨੇ, ਲੋਕਾਂ ਨੂੰ ਗੰਦੀਆਂ ਗਾਲਾਂ ਵੀ ਉਹ ਕਢਵਾ ਰਹੇ ਨੇ। ਸਾਰਾ ਪ੍ਰੋਪੇਗੈਂਡਾ ਹੇਰਾ ਫੇਰੀ ਕਿਉਂਕਿ ਉਹੀ ਕਰ ਰਹੇ ਨੇ। ਇਸ ਲਈ ਗੌਰ ਕਰੋ ਵੀ ਉਹ ਹਜ਼ਾਰਾਂ ਦੀ ਤਾਦਾਦ 'ਚ ਸਟੂਡੈਂਟਾਂ ਨੂੰ ਲੈ ਕੇ ਆਉਂਦੇ ਨੇ, ਉਹਨਾਂ ਨੂੰ ਇੰਟਰਨਸ਼ਿਪ ਕਰਵਾਉਂਦੇ ਨੇ, 21 ਸੈਂਟਰਸ ਦੇ ਉੱਤੇ ਉਹਨਾਂ ਨੂੰ ਭਰਤੀ ਕਰਦੇ ਨੇ ਔਰ ਉਹਨਾਂ ਨੂੰ ਅਰਬਾਂ ਰੁਪਈਆ ਉਹਨਾਂ ਦੇ ਉੱਤੇ ਖਰਚ ਕਰਦੇ ਨੇ। ਹੁਣ DG ISPR ਸਾਹਿਬ ਨੇ ਉਹਨਾਂ ਦੇ ਨਾਲ ਇੱਕ ਖਸੂਸੀ ਨਿਸ਼ਸਤ ਕੀਤੀ ਹੈ ਜੀ, ਤੇ ਕੌਮੀ ਸਲਾਮਤੀ, ਦਹਿਸ਼ਤਗਰਦੀ ਤੇ ਇਤਲਾਤੀ ਜੰਗ, ਇਹ ਜਿਹੜੀ ਇਨਫੋਰਮੇਸ਼ਨ ਵਾਰ ਹੈ, ਸੋਸ਼ਲ ਮੀਡੀਆ ਦੇ ਚੈਲੰਜਸ ਤੇ ਜਾਮੇ ਗੁਫ਼ਤਗੂ ਕੀਤੀ ਹੈ। ਜਾਮੇ ਕਿਸ ਤਰ੍ਹਾਂ ਕਰ ਸਕਦੇ ਨੇ DG ਸਾਹਿਬ, ਉਹ ਮੇਰਾ ਨਹੀਂ ਖਿਆਲ ਕਰ ਸਕਦੇ ਨੇ, ਲੇਕਿਨ ਚਲੋ ਆਉਂਦੇ ਨੇ। ਅੱਛਾ ਜੀ, ਇਹ 21 ਮੁਖਤਲਿਫ ਸਟੇਸ਼ਨ ਦੇ ਉੱਤੇ 6000 ਤੋਂ ਜ਼ਾਇਦ ਤੁਲਬਾ ਸਨ ਜੀ। DG ISPR ਨੇ ਖਸੂਸੀ ਸੈਸ਼ਨ ਦੇ ਦੌਰਾਨ ਤੁਲਬਾ ਦੇ ਸਵਾਲਾਤ ਦੇ ਮੁਦੱਲਲ ਤੇ ਮੁਫਸਲ ਜਵਾਬਾਤ ਦਿੱਤੇ। ਲਓ ਜੀ, ਮੀਆਂ ਮਿੱਠੂ ਕਦੀ ਸੁਣਿਆ ਜੇ ਕਿਸੇ ਨੂੰ? ਇਹ ਆਪਣੇ ਮੂੰਹ ਮੀਆਂ ਮਿੱਠੂ ਬਣੇ, ਆਪੇ ਹੀ ਲਿਖ ਰਹੇ ਨੇ ਵੀ ਮੈਂ ਮੁਦੱਲਲ। ਇਹ ਤਾਂ ਚਲੋ ਕੋਈ ਹੋਰ ਲਿਖੇ ਨਾ, ਕੋਈ ਸਹਾਫੀ ਲਿਖੇ ਕਿ ਬਈ ਮੈਂ ਉੱਥੇ ਗਿਆ ਸਾਂ, ਉੱਥੇ ਮੈਂ DG ਸਾਹਿਬ ਨੂੰ ਵੇਖਿਆ। ਵੈਸੇ ਤਾਂ ਸਹਾਫੀ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਪਾਲਿਸ਼ ਮਾਰਨ ਵਾਲੇ ਇਹਨਾਂ ਕੋਲ ਵੀ ਨੇ ਜਿਹੜੇ ਇਹ ਗੱਲਾਂ ਆਪੇ ਲਿਖੀ ਜਾਣਗੇ। ਲੇਕਿਨ ਚਲੋ ਕੋਈ ਸਹਾਫੀ ਲਿਖੇ ਨਾ ਕਿ ਉੱਥੇ DG ਸਾਹਿਬ ਬੱਚਿਆਂ ਦੇ ਨਾਲ ਸਨ, ਉਹਨਾਂ ਨੇ ਉੱਥੇ ਮੁਦੱਲਲ ਗੱਲਬਾਤ ਕੀਤੀ। ਚਲੋ ਸਰ, ਇਹ ਆਪੇ ਹੀ ਲਿਖਣ ਡਏ ਨੇ ਆਪਣੇ ਬਾਰੇ। ਕੌਣ ਲੋਕ ਹੋ ਤੁਸੀਂ? ਇਹਨਾਂ ਨੂੰ ਸੰਗ ਵੀ ਨਹੀਂ ਆਉਂਦੀ, ਹਯਾ ਵੀ ਨਹੀਂ ਆਉਂਦੀ ਵੀ ਅਸੀਂ ਆਪਣੇ ਬਾਰੇ ਆਪੇ ਹੀ ਇਹੋ ਜਿਹੀਆਂ ਗੱਲਾਂ ਲਿਖਦੇ ਹਾਂ। ਫਿਰ ਆਉਂਦੇ ਨੇ DG ISPR ਨੇ ਇੰਟਰਨशिप के शुरका से मुसाफा भी किया, खुशगवार अंदाज जुमलियां का तबादला भी किया। ये भी दस देना सी कि DG साहब ने परफ्यूम किहड़ी लाई सी। ये भी दस देना सी कि DG साहब ने जनाब, मेरा मतलब है कि मुसाफा जो किया तो उंगलां किनियां सन। मेरा मतलब है कि अच्छा अगे जी इंटर्नशिप के शरीक तुलबा तलबात ने DG ISPR के कोलों आटोग्राफ भी लए। आहो DG ISPR साहब जिहड़े ने वो मेरा मतलब इन स्विंग भी करते हैं तो आउट स्विंग भी करते हैं, या उन्होंने वो जिहड़ा नदीम सी मुंडा ਉਹਦੇ ਨਾਲੋਂ ਦੂਰ ਨੇਜ਼ਾ ਸੁੱਟਿਆ ਹੋਇਆ ਜਾਂ ਹੋਰ ਕੋਈ ਇਹੋ ਜਿਹਾ ਰਿਕਾਰਡ ਬਣਾਇਆ ਹੋਇਆ। ਮਤਲਬ ਇਹਨਾਂ ਨੇ ਕੰਮ ਇਹੋ ਜਿਹਾ ਕਿਹੜਾ ਕੀਤਾ ਹੈ। ਉਹ 58 ਨੂੰ ਤੇ 58 ਕਹਿੰਦੇ ਨੇ ਉਰਦੂ ਦੇ ਵਿੱਚ, ਤੇ ਲੇਕਿਨ ਚਲੋ ਆਟੋਗ੍ਰਾਫ ਫਿਰ ਵੀ ਲੈਣਾ ਬਣਦਾ ਉਹਨਾਂ ਦਾ। ਤੇ ਇਹ ਖੈਰ ਜੀ DG ISPR ਦੀ ਇਸ ਖਸੂਸੀ ਮੁਲਾਕਾਤ ਨੂੰ ਬੱਚਿਆਂ ਨੇ ਸਰਾਇਆ ਵੀ ਹੈ ਜੀ ਆਖਰ ਦੇ ਉੱਤੇ। ਉਹ ਬੱਚੇ ਕੀ ਕਰਦੇ, ਬੱਚਿਆਂ ਮਰਨਾ ਹੈ, ਉਹਨਾਂ ਨੂੰ ਵੀਗੋ ਡਾਲੇ ਤੇ ਨਹੀਂ ਚਾਹੀਦੇ ਨੇ, ਉਹਨੂੰ ਚੁੱਕ ਕੇ ਲੈ ਜਾਓਗੇ। ਪਰ ਇਹ ਸੂਰਤ ਹਾਲ ਹੈ, ਜਿਹੜਾ ਕੰਮ ਨਹੀਂ, ਜਿਹੜਾ ਕੰਮ ਨਹੀਂ ਉੱਥੇ ਉਹ ਕੰਮ ਕਰਦਾ। ਇਵੇਂ ਹੀ ਹੈ ਜਿਵੇਂ ਅੰਨਾ ਜਿਹੜਾ ਉਹ ਡਰਾਈਵਿੰਗ ਕਰੇ, ਲੰਗੜਾ ਜਿਹੜਾ ਉਹ ਦੌੜ ਦੇ ਵਿੱਚ ਹਿੱਸਾ ਲਵੇ, ਤੇ ਜਿਹੜਾ ਮੇਰਾ ਮਤਲਬ ਹੈ ਕਿ ਕੋਈ ਹੋਰ ਉਹਦੇ ਵਿੱਚ ਕੋਈ ਕਸਰ ਹੈ ਤੇ ਉਹ ਮੇਰਾ ਮਤਲਬ ਜਿਹੜਾ ਮਜ਼ਦੂਰ ਹੋਵੇ ਬਿਲਕੁਲ ਹੀ, ਤੇ ਉਹ ਰੈਸਲਿੰਗ ਕਰੇ। ਤੇ ਇਹ ਇਸ ਤਰ੍ਹਾਂ ਦੇ DG ਸਾਹਿਬ ਦੇ ਕੰਮ ਨੇ ਵੀ ਜਿਹੜੇ ਇਹਨਾਂ ਦੇ ਕੰਮ ਨਹੀਂ ਉਹਦੇ ਵਿੱਚ ਵੜੇ ਨੇ, ਜਿਹੜੇ ਇਹਨਾਂ ਦੇ ਕੰਮ ਨੇ ਉਹ ਕਰਦੇ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਵੀ ਲੈ ਲਓ। ਅਹਿਮਦ ਕੁਰੈਸ਼ੀ ਬੜੇ ਕਰੀਬ ਨੇ DG ਸਾਹਿਬ ਦੇ ਵੀ ਤੇ ਜਰਨੈਲਾਂ ਦੇ ਵੀ, ਤੇ PTV ਦੇ ਉੱਤੇ ਇਹਨਾਂ ਨੂੰ ਨੌਕਰੀ ਵੀ ਦਿੱਤੀ ਰੱਖੀ ਮਾਜ਼ੀ 'ਚ। ਉਹ ਕਹਿੰਦੇ ਨੇ ਵੀ ਜਿਹੜਾ ਇਹ ਹੁਣੇ ਹੀ ਤੁਰਕੀ ਔਰ ਸਾਊਦੀ ਅਰਬ ਤੇ ਪਾਕਿਸਤਾਨ ਦਾ ਮੁਆਹਦਾ ਹੋਇਆ,
उन्हें कहा भी इसराइल के खिलाफ नहीं होया, ये अहमद कुरैशी कह रहा। उन्होंने एक इंटरव्यू दिता, मेरे ख्याल अमरीकी या इसराइली चैनल नूं, उन्होंने कहा जी ये मुआहदा जिहड़ा ये इसराइल के खिलाफ नहीं होया, ये गलत फहमी च ना रहो। उन्होंने कहा जी ये ईरान के खिलाफ होया है। ये तो असीं की गल कहीए, तो उन्हें गल ही वधा के रख दी। अगों कहंदे ने कि ये आने वाले वक्त दे विच इहदे ते इसराइल नूं परेशानी नहीं होनी चाहिए, ईरान नूं परेशानी होनी चाहिए है। पहलां आंदे ने कि जिस वेले इसराइल और अमरीका की जंग हुई ईरान नाल, ते जिहड़े अरब ममालिक सन वो खामोशी नाल पासे ते बैठे सन। वो आंदे ने हुण इस मुआहदे तो बाद वो भी जंग दे विच आ गए ने, ते इसलिए बड़ा अच्छा खुश आइंदा है कि हुण जिस वेले इसराइल ते अमरीका की जंग होएगी ईरान नाल, ते अरब ममालिक भी इस मामले दे विच होणगे। अच्छा जी, इकबाल अफरीदी साडे MNA ने, उन्होंने कहा भी इमरान खान नूं हस्पताल मुंतकिल करन दी खुशी च 1000 देगां पकावांगा, साफियां नूं दुंबे खवावांगा, ते मैनूं बड़ी खुशी है, मैं वो काम करांगा जिहड़े मैं पहलां नहीं कीते। अच्छा, इस तो इलावा होर भी बड़े सारे लोगों ने इहो जिहियां स्टेटमेंटां दित्तियां ने। उहदी वजह है भी जिड्डा क जुल्म होया है, जिस तरीके नाल इमरान खान साहब दे उत्ते जुल्म कीता है, ते जिड्डी उन्होंने भी अगों मैं आखांगा भी अणख दे नाल ते जिड्डी जुरत दे नाल उन्होंने उहदा मुकाबला किया है, उहदे ते दुनिया इस सूरमे नूं भी हुण रहिंदी दुनिया तक याद रखेगी। बड़े बड़े सूरमे आए, पर जिस तरीके नाल मैं आना है कि इमरान खान साहब ने खड़ा किया है, ते उन्होंने पाकिस्तान के मिलिटरी जर्नल जिहड़े गिज्जे सन भी जिहदे मर्जी नेफे नूं हत्थ पा लो, जिहदे मर्जी नाजुक ज़ा नूं हत्थ पा लो, ते हत्थ पा के दब दिओ, ते उस तो बाद बंदे दी चांगर निकले तो आखो वेखो जी असीं ढा लिया है। तो वो पहली बारी इस तरह होया भी इन्हां नेफे नूं हत्थ पाया, तो अगों अगले बंदे ने घुमा के दूसरे पासों नेफे नूं हत्थ पा के ते चुक के पुट्ठा कर छड्डिया। उस तो बाद बड़ियां लत्तां छत्तां मारियां ने, दंदियां शंदियां वड्ढियां ने, सब कुछ किया है, लेकिन अगले ने नेफे नूं भी हत्थ पाया तो पुट्ठा लटकाया भी है। यही समझो भी नेफे तो फड़ के तो पुट्ठा लटका छड्डिया उन्होंने चौधरी नूं। तो चौधरी नूं हुण समझ कोई नहीं आउंदी भी जाने मतलब ज़्यादा ज़्यादा की कह देन की करनगे। मेरा मतलब है जो भी किसी दे नाल जो भी धक्का करना है, उस दे बावजूद हुण गई इज्जत नहीं लभदी एक बारी जिहड़ा काम बन गया है। तो पहलां तो इन्हों ये जिहड़े सारी गलत फहमियां सानूं अज तक चलदियां ही रहियां, लेकिन हुण जिहड़ी इस वेले सूरत हाल बनी है, उत्थों इमरान खान साहब दियां इस वेले लोग खैर भी मंगते हैं, तो उन्होंने दलेरी दियां हुण दास्तानां भी सुणाउंदे ने बच्चों भी किस तरीके नाल उन्होंने मैदान दे विच जिस वेले पिड़ पिया तो वो पिछे नहीं हटे। अच्छा जी, लाहौर के इलाके हंजरवाल 7 साल का बच्चा खुले गटर दे विच गिर के जां बहक हो गया। तो ये कोई मेरा मतलब पहला काम नहीं, तुहानूं पता है कि हर दूजे दिन असीं तुहानूं खबर दे रहे हैं, मुहावरा तो नहीं कह रहे। पंजाब तकरीबन 10 तो 15 बच्चे जिहड़े ने या मर्द खवातीन जिहड़े ने जां बहक हो जाते हैं हर महीने, मतलब हर दूसरे दिन एक अद्धी जान चली जाती है। मरियम साहबा ने एक वो ड्रामा किया, तुहानूं याद होएगा, एयरपोर्ट पर बह के सिर्फ लोगों को बेवकूफ़ बनाउण लई। उस तो बाद हर दिन किसी न किसी की जान जा रही है, और मरियम साहबा जिहड़े ने वो मुकम्मल खामोशी इख्तियार किए बैठे ने, उन्होंने कोई लैण देनी कोई नहीं। अगे जी, जमात इस्लामी का पेट्रोलीयम मसनूआत की कीमतां घट करने वास्ते उन्होंने धरना दिता सी। धरना लाहौर माल रोड से दिता है, उत्थे जनाब मुकम्मल उन्होंने प्रोटोकोल तो सिक्योरिटी भी। अजकल तो तुहानूं पता नहीं भी जिहड़ा भी धरना एहतजाज करे उन्होंने लित्तर पैंदे ने। तुसीं वेख ही लिया PTI नाल की बनिया, तहरीके लब्बैक नाल की बनिया, वेख ही लिया कश्मीरियां नाल की बन रहा है। कश्मीर दे विच भी हालात अजे तक कशीदा ने। इन्हां नूं पूरा प्रोटोकोल वगैरह सारा मिलिया, और लेकिन मज़े की गल यह है कि इन्हां दे धरने दे दौरान ही पेट्रोल दीयां कीमतां फिर वध गईयां ने। वो आए सन धरना देण कि असी कीमतां घट कराउणियां ने, हुकूमत ने इन्हों सीरीयस ही नहीं लिया। लेकिन मैं हुणे ही तुहानूं दस दिना पहलां ही पेशगी कि इस वेले इंटरनेशनल मार्केट दे विच जिहड़ा तेल है उसकी कीमत कोई तकरीबन $91 $92 के करीब है। ये अगले चंद दिनों फिर $85 तो थल्ले होनी है। जिस वेले थल्ले होनी तो हुकूमत ने कीमतां थल्ले करनियां ने, तो फिर जमात इस्लामी ने कहना वेखो असीं धरना दिता असीं ते कीमतां थल्ले हो गई। तो ये हुण जाहिर है भी जरनैलां ने मेरा ख्याल इन्हों रिक्वेस्ट की होनी है भी जनाब तुसीं जरा थोड़ा जिहा आओ धरना शरना दिओ, सानूं तुहाडी लोड़ पै गई है, तां कि सूबे वाले मामले के उत्ते जरा थोड़ा जिहा असीं घुट पिन के इन्हां दे कोलों ये काम करवा लईए। अच्छा जी, अगली खबर जिहड़ी तुहाडे सामने रखनी है वो उत्थे कोटअद्दू दे विच एक ही खानदान के जिहड़े 15 अफराद नहर च डुੱਬ के वफात पा गए सन। वो ऑपरेशन चलता रहा, 7 दिन बाद आखिरकार उस ऑपरेशन को क्लोज़ किया गया, 7 दिन बाद। तो वो हुण ਉਹਦੇ ਵਿੱਚੋਂ 3 ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਹੁਣ ਫਿਰ ਮਿਲੀਆਂ ਨੇ ਆਖਰ ਤੇ। मेरा ख्याल कुछ लोगों ਦੀਆਂ ਲਾਸ਼ਾਂ नहीं भी मिलियां, ਲੱਭ ਲੋਕੀ थक गए। उत्थे ना कोई रेस्क्यू वाले उस तरीके नाल पड़े, ना सब दी माँ ने कोई बयान दिता, ना DG ISPR साहब का कोई चाको चौबंद दस्ता उत्थे पड़िया।
ਕੋਟੱਦੂ ਵਾਲੇ ਵੈਸੇ ਹੀ ਜਨੂਬੀ ਪੰਜਾਬ ਵਾਲੇ ਜਿਹੜੇ ਪੁਰਾਣੇ ਕਹਿ ਰਹੇ ਆ, ਜਿਹੜੇ ਦੂਰ ਦਰਾਜ਼ ਦੇ ਇਲਾਕੇ ਦੇ, ਉਹਨਾਂ ਨੂੰ ਤਾਂ ਅਸੀਂ ਐਡੇ ਪਾਕਿਸਤਾਨੀ ਸਮਝਦੇ ਹੀ ਕੋਈ ਨਹੀਂ ਅਨਫੋਰਚੂਨੇਟਲੀ। ਉੱਥੇ ਨਾ ਸਭ ਦੀ ਮਾਂ ਵੱਲੋਂ ਕੋਈ ਗਿਆ, ਨਾ ਕਿਸੇ ਨੇ ਤਾਜ਼ੀਅਤ ਕੀਤੀ, ਨਾ ਬਾਜੀ ਮਹਿੰਗੀ ਘੜੀ ਪਾ ਕੇ, ਮਹਿੰਗੀ ਜੁੱਤੀ, ਮਹਿੰਗੇ ਕੱਪੜੇ ਪਾ ਕੇ ਉੱਥੇ ਜਾ ਕੇ ਉਹਨਾਂ ਮਾਵਾਂ ਦੇ ਨਾਲ ਬੈਠੀ, ਕਿਤੇ ਕੁਝ ਵੀ ਨਹੀਂ, ਕਿਸੇ ਨੇ ਕੁਝ ਨਹੀਂ ਕੀਤਾ। ਉਹ ਵਿਚਾਰੇ ਆਪੇ ਹੀ ਨਹਿਰਾਂ ਨੂਰਾਂ ਦੇ ਵਿੱਚ ਖੱਜਲ ਹੋ ਕੇ ਆਪਣੀਆਂ ਲਾਸ਼ਾਂ ਜਿਹੜੀਆਂ ਲੱਭ ਗਈਆਂ, ਦਫਨਾਤੀਆਂ ਜਿਹੜੀਆਂ ਨਾ ਲੱਭੀਆਂ, ਉਸ ਤਰ੍ਹਾਂ ਹੀ ਵਿਚਾਰੇ ਮਾਯੂਸ ਵਾਪਸ ਆ ਗਏ ਨੇ। ਇਹ ਰਿਆਸਤ ਦੇ ਹਾਲ ਨੇ। ਮੈਨੂੰ ਇੱਥੋਂ ਇਜਾਜ਼ਤ ਦਿਓ। ਰੱਬ ਰੱਖ।